ਇਹ ਬਨਬੱਸਾ ਅਸੀਂ ਹੁਣ ਨਿਕਲ ਗਏ ਤਕਰੀਬਨ। ਆ ਸਾਰਾ ਆਬਾਦੀ ਇੱਥੋਂ ਮੁੱਕਣ ਲੱਗੀ ਆ। ਮੈਨੂੰ ਲੱਗਦਾ ਇਹ ਲਾਸਟ ਹੈਗਾ ਜਿਹੜਾ ਮਹੱਲਾ ਸੀਗਾ ਬਨਬੱਸਾ ਤੋਂ ਅੱਗੇ। ਹਾਂ ਹੁਣ ਅੱਗੇ ਸਿੱਧਾ ਇੱਥੋਂ ਇੱਕ ਡੈਮ ਆਊਗਾ। ਡੈਮ ਦੇ ਉੱਤੇ ਕਹਿੰਦੇ ਬਹੁਤ ਅੱਛੀ ਲੋਕੇਸ਼ਨ ਹੈਗੀ, ਅਸੀਂ ਇੱਥੇ ਰੁਕ ਸਕਦੇ ਹੋ, ਰੁਕ ਕੇ ਇੰਜੋਏ ਕਰੋ। ਪਰ ਅਸੀਂ ਸਿੱਧਾ ਜਾਣਾ ਹੈਗਾ ਵਿਕਰਮ ਜੀ ਕੋਲੇ। ਤੇ ਥੋੜ੍ਹਾ ਜਿਹਾ ਇੰਜੋਏਮੈਂਟ ਅੱਜ ਘੱਟ ਰੱਖਾਂਗੇ ਤਾਂ ਕਿ ਅਸੀਂ ਟਾਈਮ ਸਿਰ ਉੱਥੇ ਪਹੁੰਚ ਜਾਈਏ। ਬਸ ਸਾਹਮਣੇ ਹੀ ਆਉਣ ਸਾਡਾ ਬਾਰਡਰ ਕ੍ਰਾਸ ਕਰਕੇ ਮਿਲਦੇ ਹਾਂ। ਬ੍ਰਿਜ ਕ੍ਰਾਸ ਕੀਤਾ, ਜਸਟ ਕ੍ਰਾਸ ਕਰਕੇ ਇੱਥੇ ਕਸਟਮ ਆਫਿਸ ਨੇ। ਤੇ ਕਸਟਮ ਆਫਿਸ ਦੇ ਵਿੱਚ ਰੋਕ ਕੇ ਅਸੀਂ ਪੁੱਛਿਆ ਇਹਨਾਂ ਨੂੰ ਵੀ ਕੀ ਕੋਈ ਡਾਕੂਮੈਂਟ ਵਗੈਰਾ ਕੋਈ ਇੱਥੇ ਹੋਏਗਾ ਕਿ ਨਹੀਂ ਹੋਏਗਾ। ਇਹ ਕਹਿੰਦੇ ਨਹੀਂ ਹਜੇ ਇੰਡੀਆ ਹੀ ਹੈ, ਹਜੇ ਅੱਗੇ ਨੇਪਾਲ ਅੱਗੇ ਜਾਊਗਾ, ਉੱਥੇ ਤੁਹਾਡਾ ਕਸਟਮ ਮਿਲੂਗਾ ਤੇ ਉੱਥੇ ਤੁਸੀਂ ਆਪਣੀ ਜੋ ਵੀ ਐਂਟਰੀਆਂ ਨੇ ਉੱਥੇ ਕਰਾਇਓ। ਇਸ ਕਰਕੇ ਹੁਣ ਇੱਥੋਂ ਅਸੀਂ ਅੱਗੇ ਨਿਕਲਦੇ ਹਾਂ, ਅੱਗੇ ਦੇਖਦੇ ਹਾਂ ਕਿੱਥੇ ਜਾ ਕੇ ਫਿਰ ਇਹਨਾਂ ਦਾ ਕਸਟਮ ਡਾਕੂਮੈਂਟ ਵਗੈਰਾ ਨੇ ਪੂਰੇ ਕਰਾਂਗੇ ਉੱਥੇ ਜਾ ਕੇ। ਚੈੱਕ ਪੋਸਟ ਮਿਲੀ ਹੈ ਸਾਨੂੰ, ਇਹ ਦੇਖਦੇ ਹਾਂ ਇੱਥੇ ਕੀ ਚੈੱਕ ਕਰਦੇ ਨੇ। ਟੈਸਟ ਹੋਇਆ ਹੁਣੇ, ਬਸ ਟੈਸਟ ਕਰਕੇ ਉਹਨਾਂ ਨੇ ਕਿਹਾ ਓਕੇ ਰਿਪੋਰਟ ਜਾਓ, ਨੈਗੇਟਿਵ ਹੋ ਸੀ, ਕੋਈ ਦਿੱਕਤ ਨਹੀਂ। ਕੈਮਰਾ ਤਾਂ ਨਹੀਂ ਚੱਕਦਾ ਕਿਉਂਕਿ ਇੱਥੇ ਕੈਮਰਾ ਅਲਾਉ ਨਹੀਂ ਹੈ। ਲਓ ਜੀ ਅਸੀਂ ਨੇਪਾਲ 'ਚ ਐਂਟਰ ਕੀਤਾ। ਤਕਰੀਬਨ 1 ਕਿਲੋਮੀਟਰ ਦੂਰ ਇੱਕ ਕਾਰਪੈਂਟਰ ਕੰਮ ਕਰ ਰਿਹਾ ਸੀਗਾ, ਜਿੱਥੇ ਆਪਣੇ ਐਂਡੀਕੋ ਦੇ ਦਰਸ਼ਨ ਹੋ ਗਏ ਨੇ। ਤੇ ਇਹ ਨੇ ਜਿਹੜੇ ਕੰਮ ਕਰ ਰਹੇ ਸੀ, ਇਹਨਾਂ ਨੇ ਦੱਸਿਆ ਕਹਿੰਦੇ ਅਸੀਂ ਪਿੱਛੋਂ ਕਿੱਥੋਂ ਲਿਆ ਇਹ, ਕਹਾਂ ਸੇ ਲਿਆ? ਬਨਬੱਸਾ। ਇਹ ਕਹਿੰਦੇ ਬਨਬੱਸਾ ਤੋਂ ਲਿਆ ਅਸੀਂ। ਤੇ ਬੜਾ ਮਿਹਨਤੀ ਆ, ਰੰਦੇ ਨਾਲ ਲੱਗਿਆ ਅਸੀਂ ਪੂਰਾ ਧੂੜਾ ਪੱਟਣ। ਤੇ ਆਪਣੀ ਚੀਜ਼ ਤਾਂ ਬਿਲਕੁਲ ਦੂਰੋਂ ਦਿਖ ਜਾਂਦੀ ਆ ਆਪਾਂ ਨੂੰ। ਤੇ ਆਹ ਪਿਆ ਰੂਟਰ ਤੇ ਆਹ ਇਹਨਾਂ ਦਾ ਕਾਰੋਬਾਰ ਹੈਗਾ। ਤੇ ਅਸੀਂ ਇੱਥੇ ਰੁਕੇ ਸੀ। ਆਹ ਰੋਡ ਇੱਧਰ ਇੰਡੀਆ ਹੈਗਾ, ਇੱਧਰੋਂ ਅਸੀਂ ਐਂਟਰ ਹੋਏ ਹਾਂ। ਤੇ ਆਹ ਨੇਪਾਲ ਦਾ ਰੋਡ ਆ ਸਾਰਾ। ਇਸ ਟਾਈਮ ਅਸੀਂ ਨੇਪਾਲ ਦੀ ਧਰਤੀ ਦੇ ਉੱਤੇ ਖੜ੍ਹੇ ਹਾਂ, ਜਿੱਥੇ ਖੜ੍ਹੇ ਹਾਂ। ਤੇ ਜਦੋਂ ਐਂਟਰ ਹੋਏ ਸੀਗੇ ਅਸੀਂ ਉੱਥੋਂ ਇੰਡੀਆ ਤੋਂ, ਉਹਨਾਂ ਨੇ ਕਿਹਾ ਉਹ ਟੈਸਟ ਜਿਹੜਾ ਹੈਗਾ ਤੁਹਾਡੇ ਕੋਲ ਹੈਗਾ? ਅਸੀਂ ਕਿਹਾ ਨਹੀਂ, ਟੈਸਟ ਸਾਡੇ ਕੋਲ ਹੈ ਨਹੀਂ। ਫਿਰ ਉਹ ਗੱਲਬਾਤ ਹੋਈ, ਉਹ ਉਹਨਾਂ ਨੇ ਫਿਰ ਅੰਦਰ ਭੇਜਿਆ, ਕਹਿੰਦੇ ਐਂ ਕਰੋ ਰੈਪਿਡ ਟੈਸਟ ਕਰਾਓ ਅਤੇ ਨਿਕਲੋ। ਅਤੇ ਉਹਨਾਂ ਨੇ ਰੈਪਿਡ ਟੈਸਟ ਕੀਤਾ। ਰੈਪਿਡ ਟੈਸਟ ਤੋਂ ਬਾਅਦ ਇੱਥੇ ਆ ਸਟੈਂਪ ਲੱਗੀ ਸੀ, ਆ ਦਿਖ ਰਹੀ ਹੋਣੀ ਆ, ਇਹ ਨੈਗੇਟਿਵ ਦੀ ਸਟੈਂਪ ਆ ਵੀ ਓਕੇ, ਅਸੀਂ ਹੁਣ ਜਾ ਸਕਦੇ ਇੱਥੋਂ। ਅਤੇ ਤਾਂ ਅਸੀਂ ਅੱਗੇ ਨਿਕਲੇ। ਹੁਣ ਇੱਥੋਂ ਜਾਵਾਂਗੇ ਮਹਿੰਦਰ ਨਗਰ। ਇੱਥੋਂ ਮਹਿੰਦਰ ਨਗਰ ਹੈਗਾ 4 ਕਿਲੋਮੀਟਰ ਦੂਰ। ਮਹਿੰਦਰ ਨਗਰ ਅਸੀਂ ਸਿਮ ਵਗੈਰਾ ਲੈਣਾ ਅਤੇ ਕੁਛ ਖਾਵਾਂਗੇ ਪੀਵਾਂਗੇ। ਪਰ ਉਸ ਤੋਂ ਪਹਿਲਾਂ ਸਾਨੂੰ ਆਹ ਬੰਦਾ ਮਿਲ ਗਿਆ। मैं चलो इन्हों जरूर मिली एक बारी। दिक्कत इसमें आई हो? ना अभी तो कोई दिक्कत ना, मतलब कार्बन खराब होते हैं। अच्छा। आर्मेचर ठीक है, ओके ओके। ये लुधियाना में हमारी फैक्ट्री में बनता है। हाँ वो देखो लिखा हुआ उस पर भी एंडिको लिखा हुआ, सामने साइकिल पर लिखा हुआ, वही कंपनी इधर लिखी है। और भी औजार हैं हमारी इस कंपनी के। अच्छा, और कौन सा? उसी जगह साइड पर है। उसी जगह है। इसे करते हैं। अच्छा, ये भी इसी से? जी, वेरी गुड। ये सब इसी से करा हुआ। ये सब हम इसी से करते हैं। ये सब इसी से? हाँ। वेरी गुड। सब इसी से करते हैं, इसलिए तो महंगा लेके आते हैं क्योंकि लोकल हमारा चलेगा नहीं, लोकल हमारा चलेगा नहीं, क्योंकि इसलिए हम महंगा लेके आते हैं चीज। ये तो सॉलिड चीज है जी। ये इंडिया का पहला मैन्युफैक्चर है जो इसने बनाया था। जब मैं लेने के लिए गया था हमें दिखाया और भी दिखाए। अच्छा। वो 3200 का था, 2500 का था। अच्छा। पर मुझे पसंद नहीं आया क्योंकि हमने चाहिए हमारा हैवी वाला था। हाँ। छिड़ा करने के लिए, क्योंकि वो छिड़ा में चलते नहीं है, वो फूक जाएगा। ये हैवी राउंड का हुआ। जी जी बिल्कुल बिल्कुल। ये हुआ हैवी राउंड का। पैसे डाल ले तो एक ही बार में अच्छी चीज लेगा। तो देखो पैसा अभी डालूंगा फिर डालने पड़ेगा, उसको फायदे से एक बार पैसे डाल दो। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛੀ। ਇੱਥੇ ਨੇਪਾਲ ਦੇ ਵਿੱਚ ਵੀ ਦੇਖੋ ਕਿੰਨਾ ਪਿਆਰ ਮਿਲਦਾ ਹੈਗਾ ਆਪਣੇ ਪ੍ਰੋਡਕਟ ਨੂੰ, ਕਿਉਂਕਿ ਜੋ ਚੰਗੀ ਚੀਜ਼ ਕੋਈ ਬਣਾਉਂਦੇ ਆ ਤਾਂ ਉਹ ਜਿੱਥੇ ਮਰਜ਼ੀ ਜਾਵੇ ਤਸੱਲੀ ਹੀ ਰਹਿੰਦੀ ਹੈ ਹਮੇਸ਼ਾ। ਜਤਿੰਦਰ ਸਿੰਘ ਵੀ ਕਹਿੰਦਾ ਮੈਂ ਚੱਕ ਕੇ ਦੇਖਦਾ ਇਹਨੂੰ ਕਿੱਦਾਂ ਦਾ ਹੈਗਾ। ਹਾਂ, ਨੇਪਾਲ ਬਾਰਡਰ ਤੋਂ ਜੋ ਆਏ ਸੀਗੇ ਅਸੀਂ ਤਕਰੀਬਨ 5 ਕਿਲੋਮੀਟਰ ਦੂਰ ਜਾ ਕੇ ਮਹਿੰਦਰ ਨਗਰ ਆ ਇੱਥੇ। ਤੇ ਇਹ ਆ ਚੌਂਕ ਆਉਂਦਾ, ਇਹ ਚੌਂਕ ਤੇ ਆ ਹੈਗਾ ਏਅਰਸੈਲ ਐਨਸੈਲ ਸੈਂਟਰ। ਇੱਥੇ ਅਸੀਂ ਸਿਮ 2 ਲੈ ਲਏ, 2 ਸਿਮ ਲਏ ਨੇ ਤੇ ਉਹਦੇ ਵਿੱਚ 2 GB ਡਾਟਾ। ਜਿਹਨੇ ਵੀ ਨੇਪਾਲ ਆਉਣਾ ਤਾਂ ਆ ਕੇ ਸਭ ਤੋਂ ਵਧੀਆ ਆਪਸ਼ਨ ਆਹੀ ਆ ਐਨਸੈਲ ਦੀ। ਐਨਸੈਲ ਜਿਹੜਾ ਹੈਗਾ ਇਹ ਤੁਹਾਨੂੰ ਪ੍ਰੋਵਾਈਡ ਕਰਦਾ ਸਿਮ, ਔਰ ਇੱਥੇ ਇਹੀ ਜ਼ਿਆਦਾ ਚੱਲਦਾ। ਤੇ ਇੱਥੋਂ ਅਸੀਂ ਹੁਣ ਡਾਟਾ ਚਲਾ ਕੇ ਇੱਥੋਂ ਤੁਰਾਂਗੇ ਅੱਗੇ ਨੂੰ। ਮੈਂ ਨਾਂ ਭੁੱਲ ਗਿਆ ਕਿਹੜੀ ਜਗ੍ਹਾ ਜਾਣਾ ਹੈਗਾ। ਚਲੋ ਪਹਿਲਾਂ ਇੱਥੋਂ ਬਾਹਰ ਨਿਕਲੇ, ਪਹਿਲਾਂ ਤਾਂ ਰੋਟੀ ਖਾਈ ਅਸੀਂ, ਰੋਟੀ ਖਾ ਕੇ ਅੱਗੇ ਨਿਕਲਾਂਗੇ। ਅਸੀਂ ਮਤਲਬ ਕਿ 50 ਕਿਲੋਮੀਟਰ ਦਾ ਸਫ਼ਰ ਹੋਰ ਹੈਗਾ ਤੇ ਅਸੀਂ ਬੜੇ ਆਰਾਮ ਨਾਲ 5 ਵਜੇ ਤੱਕ ਉੱਥੇ ਲੱਗ ਜਾਵਾਂਗੇ। ਹੁਣ ਨਿਕਲਦੇ ਹਾਂ ਤੇ ਨਿਕਲ ਕੇ ਚੱਲਦੇ ਹਾਂ ਅੱਗੇ। ਅਸੀਂ ਸ਼ਗੁਨ ਭੋਜਨਾਲय ਐਂਡ ਗੈਸਟ ਹਾਊਸ, ਤਾਂ ਭੁੱਖ ਬੜੀ ਲੱਗੀ ਸੀਗੀ ਤੇ ਸਾਰਾ ਕੁਝ ਕਰਾ ਕੇ ਸਿਮ ਲੈ ਕੇ ਹੁਣ ਅਸੀਂ ਇੱਥੇ ਰੁਕੇ ਹਾਂ। ਇੱਥੇ ਖਾਵਾਂਗੇ ਭੋਜਨ ਤੇ ਨੇਪਾਲ ਦੀ ਧਰਤੀ ਤੇ ਪਹਿਲਾ ਅੰਨ ਦਾ ਦਾਣਾ ਅਸੀਂ ਹੁਣ ਖਾਵਾਂਗੇ।
ਇੱਕ ਗੱਲ ਹੈਗੀ ਆ ਕਿ ਨੇਪਾਲ ਦੇ ਜਿੰਨੇ ਬੰਦੇ ਆ ਨਾ ਬਹੁਤ ਹੱਸ ਕੇ ਬੋਲਦੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਸਰਦਾਰ ਜੀ, ਕਿੱਥੋਂ ਆਏ ਹੋ ਜੀ, ਮਤਲਬ ਬਹੁਤ ਵਧੀਆ ਬੋਲਦੇ ਨੇ। ਚੰਗਾ ਲੱਗਦਾ ਇਹ ਚੀਜ਼ ਸੁਣ ਕੇ ਵੀ ਕਿਸੇ ਹੋਰ ਜਗ੍ਹਾ 'ਤੇ ਆਏ ਹਾਂ। ਐ ਤਾਂ ਮਤਲਬ ਇੰਟਰਨੈਸ਼ਨਲ ਆਊਟ ਆਫ ਇੰਡੀਆ ਹੋ ਗਿਆ, ਪਰ ਕੋਈ ਜ਼ਿਆਦਾ ਫਰਕ ਉਵੇਂ ਨਹੀਂ ਹੈਗਾ। ਤੇ ਜਿੰਨੇ ਵੀ ਇੱਥੇ ਵਹੀਕਲ ਨੇ ਉਹਨਾਂ ਦੀ ਨੰਬਰ ਪਲੇਟ ਰੈੱਡ ਕਲਰ ਦੀ ਆ, ਉੱਤੇ ਵਾਈਟ ਕਲਰ ਨਾਲ ਲਿਖਿਆ ਆਇਆ। ਇਹਨਾਂ ਦਾ ਇਹ ਸਟੈਂਡਰਡ ਹੈਗਾ। ਜਿਵੇਂ ਆਹ ਦੇਖ ਸਕਦੇ ਹੋ ਮੂਹਰੇ ਮੋਟਰਸਾਈਕਲ ਖੜਾ ਹੈ। ਤੇ ਨੇਪਾਲ ਦੀ ਪਹਿਲੀ ਥਾਲੀ ਆ ਇਹ, ਜਿਹਨੇ ਛਕਣ ਲੱਗੇ ਆ ਪਹਿਲਾ ਫੂਡ ਇਨ ਨੇਪਾਲ। ਅਸੀਂ ਹੁਣੇ ਪਾਰ ਕੀਤੀ ਆ ਰਾਧਾ ਨਦੀ ਤੇ ਇੱਧਰ ਨੂੰ ਜਾ ਰਹੇ ਆ ਆਪਾਂ ਟਰੀਆ ਵੱਲ। ਤੇ ਇੱਥੋਂ ਕੁਝ ਸੰਘਣਾ ਮਾਹੌਲ ਸ਼ੁਰੂ ਹੋ ਗਿਆ, ਜਿਵੇਂ ਥੋੜਾ ਜੰਗਲ ਟਾਈਪ ਜਿਹਾ ਹੁੰਦਾ ਉਵੇਂ ਸ਼ੁਰੂ ਹੋ ਗਿਆ। ਬਸ 2 ਕਿਲੋਮੀਟਰ ਬਾਅਦ ਜਾ ਕੇ ਇਹ ਖੁੱਲ ਜਾਣਾ। ਤੇ ਇੱਥੋਂ ਜਾ ਕੇ ਆਪਾਂ ਸਿੱਧਾ ਜਾ ਕੇ ਟਰੀਆ ਰੁਕਾਂਗੇ। ਹੁਣ 65 ਕਿਲੋਮੀਟਰ ਪਹੁੰਚ ਗਏ ਅਸੀਂ। ਤੇ ਆਲੇ ਦੁਆਲੇ ਮਤਲਬ ਬਹੁਤ ਵਧੀਆ ਗ੍ਰੀਨਰੀ ਹੈਗੀ ਆ, ਹਿਰਨ ਵਗੈਰਾ ਵੀ ਦਿਖਦੇ ਨੇ ਇੱਥੇ ਕਈ ਵਾਰੀ। ਤੇ ਉੱਦਾਂ ਜੰਗਲੀ ਜਾਨਵਰ ਵੀ ਹੈਗੇ ਆ ਇੱਥੇ, ਪਰ ਉਹ ਅੱਗੇ ਤਾਰ ਲਾਈ ਹੈ ਕੰਢਿਆਂ ਵਾਲੀ। ਪਰ ਸਾਵਧਾਨੀ ਦੇ ਬੋਰਡ ਵੀ ਕਈ ਜਗ੍ਹਾ ਲੱਗੇ ਹੋਏ ਨੇ ਕਿ ਬਚ ਕੇ ਰਹੋ, ਕਿਤੇ ਐਕਸੀਡੈਂਟ ਨਾ ਹੋ ਜਾਵੇ। ਸਾਡੀ ਸਪੀਡ ਵੈਸੇ ਹੀ ਬਹੁਤ ਸਲੋ ਆ, ਸਾਡੇ ਨਾਲ ਤਾਂ ਕਿਹਦਾ ਐਕਸੀਡੈਂਟ ਹੋਣਾ, ਕਿਹੜੇ ਜਾਨਵਰ ਦਾ। ਜਿਹੜੇ ਫਾਸਟ ਨਿਕਲਦੇ ਆ ਨਾ। ਚਲੋ ਫਿਰ ਵੀ ਪੋਲਿਊਸ਼ਨ ਨਹੀਂ ਹੈਗਾ ਇੱਥੇ ਬਿਲਕੁਲ ਵੀ, ਛੋਟੇ ਛੋਟੇ ਘਰ ਨੇ ਤੇ ਫੈਕਟਰੀ ਦਾ ਕੋਈ ਇੱਥੇ ਹੈ ਹੀ ਨਹੀਂ। ਬਸ ਇੱਕ ਇਹ ਕੁਐਸਚਨ ਤਾਂ ਹੁਣ ਪੁੱਛਣੋਂ ਹਟ ਗਏ ਸਾਰੇ ਜਾਣੇ ਕਿ ਇਹ ਕਿੰਨੇ ਦੀ ਆ। ਮੈਂ ਦੱਸ ਰਿਹਾ ਵੀ ਇਹ ਕੁਐਸਚਨ ਪੁੱਛਣੋਂ ਹਟ ਗਏ ਵੀ ਇਹ ਕਿਤਨੇ ਕੀ ਹੈ। ਹਾਂ ਇਹ ਪਤਾ ਨਹੀਂ, ਇਹ ਨੇਪਾਲ ਦੇ ਬਾਰਡਰ ਕ੍ਰਾਸ ਕਰਕੇ ਇੱਕਦਮ ਸਾਨੂੰ ਆਹ ਚੀਜ਼ ਫੀਲ ਹੋਈ। ਹਾਂ ਨਹੀਂ ਤਾਂ ਕਿੰਨੇ ਦੀ ਆ ਇਹ ਹਮੇਸ਼ਾ ਹੀ ਹੱਥ ਲਾਉਂਦੇ ਨੇ, ਮਤਲਬ ਕਿ ਵਧੀਆ ਐਪਰੀਸ਼ੀਏਟ ਕਰਦੇ ਆ। ਪਰ ਉਹ ਹਾਂ ਉਹ ਬੋਲੇ ਸੋਨਿਆ ਬੋਲੇ ਜੋ ਬੋਲੇ ਸੋਨਿਆਰ। ਹਾਂਜੀ ਪੰਜਾਬੀ ਕੀ ਹਾਲ ਚਾਲ। ਉੱਪਰ ਦੇਖੋ, ਪਹਿਲਾਂ ਸਮਾਨ ਦੇਖੋ ਸਾਫ਼ ਪਿਆ ਏ, ਥੱਲੇ ਦੇਖੋ ਬਿਲਕੁਲ ਸਾਫ਼, ਕਿਤੇ ਕੋਈ ਮਿੱਟੀ ਘੱਟਾ ਨਹੀਂ ਹੈਗਾ। ਜਿਵੇਂ ਆਪਣੇ ਉੱਪਰ ਜਾ ਕੇ ਹੁੰਦੇ ਨੇ ਨਾ ਵਧੀਆ, ਜਿਵੇਂ ਹਿਮਾਚਲ ਦੇ ਜਿਹੜੇ ਉੱਪਰਲੀਆਂ ਪਹਾੜੀਆਂ 'ਚ ਨੇ, ਉੱਦਾਂ ਦਾ ਹੈ ਬਿਲਕੁਲ। ਲੋਕ ਬੜੇ ਸਲੀਕੇ ਜਿਹੇ ਨਾਲ ਰਹਿੰਦੇ ਨੇ, ਕੋਈ ਬਿਲਕੁਲ ਹੱਥ ਹਿਲਾਉਂਦੇ ਨੇ ਜਿੱਥੇ ਜਾਂਦੇ ਆ। ਤੇ ਪੱਗ ਵਾਲੇ ਸਰਦਾਰ ਬੰਦਿਆਂ ਨੂੰ ਦੇਖ ਕੇ ਤਾਂ ਹੀ ਵੈਸੇ ਖੁਸ਼ ਹੋ ਜਾਂਦੇ ਨੇ। ਅਸੀਂ ਤਾਂ ਸਾਈਕਲ ਚੱਕੀ ਫਿਰਦੇ ਇੱਧਰ। ਆਹ ਦੇਖੋ ਇੱਧਰ, ਆਹ ਇੱਦਾਂ ਉਹ ਹੱਥ ਲਾਉਂਦਾ ਸੀ ਛੋਟਾ ਜਿਹਾ। ਇੱਧਰ ਦੇਖੋ, ਇੱਦਾਂ ਦੀ ਬਿਊਟੀ ਤੁਹਾਨੂੰ ਕਿਤੇ ਮਿਲੂਗੀ। ਆਹ ਇੱਥੇ ਹਿਰਨ ਜੇ ਤੇ ਇਹਨਾਂ ਦੇ ਵਿੱਚੇ ਫਿਰੀ ਜਾਂਦੇ ਨੇ, ਕੋਈ ਨਹੀਂ ਇਹਨਾਂ ਨੂੰ ਕੁਛ ਕਹਿੰਦਾ ਹੈਗਾ। ਆਪ ਨਾਲ ਤਾਂ ਨਹੀਂ, ਸ਼ਾਮ ਨੂੰ ਧਰ ਲੈਣਾ ਇਹਨੂੰ ਪਤੀਲੇ 'ਚ। ਬਾਕੀ ਹੁਣ ਅਸੀਂ ਰੁਕਾਂਗੇ ਵਿਕਰਮ ਕੋਲ। ਅਤਰੀਆ ਹੈ, ਅਤਰੀਆ ਤੋਂ 2-3 ਕਿਲੋਮੀਟਰ ਅੱਗੇ ਜਾ ਕੇ ਹੈ। ਅਤਰੀਆ ਜਾ ਕੇ ਉਹਨੂੰ ਫੋਨ ਕਰਾਂਗੇ, ਫਿਰ ਸਾਨੂੰ ਉਹ ਲੈ ਜਾਊਗਾ। ਮਾਊਂਟਨ ਬਾਈਕਰ ਆ ਉਹ, ਪ੍ਰੋਫੈਸ਼ਨਲ ਬਾਈਕਰ ਹੈ। ਬਾਈਕ ਸਾਈਕਲ ਦੀ ਦੁਕਾਨ ਹੈ ਉਹਦੀ ਆਪਣੀ। ਤੇ ਬਾਰਡਰ ਤੇ ਸਾਨੂੰ ਕੋਈ ਖਾਸ ਪ੍ਰੋਬਲਮ ਨਹੀਂ ਹੋਈ। ਇੱਕ ਵਾਰ ਜਾ ਉਹਨਾਂ ਨੇ ਕਿਹਾ ਵੀ RT-PCR ਲੱਗੂਗਾ, ਉਦੋਂ ਟੈਨਸ਼ਨ ਹੋ ਗਈ ਸੀ ਵੀ ਹੁਣ ਵਾਪਸ ਜਾਣਾ ਪਊਗਾ, ਕਦ ਆਊ ਕਦ ਨਹੀਂ। ਪਰ ਉੱਥੇ ਜਿਹੜਾ ਉਹ ਅਫਸਰ ਖੜਾ ਸੀ ਉਹ ਕਹਿੰਦਾ ਕੋਈ ਨਹੀਂ, ਤੁਸੀਂ ਉਹ ਰੈਪਿਡ ਟੈਸਟ ਕਰਾ ਲਓ। ਤਾਂ ਅਸੀਂ ਉਹ ਰੈਪਿਡ ਟੈਸਟ ਕਰਾ ਲਿਆ। 5-7 ਮਿੰਟ 'ਚ ਉਹਦੀ ਰਿਪੋਰਟ ਜੀ ਆ ਗਈ, ਨੈਗੇਟਿਵ ਹੋ ਗਿਆ। ਅਸੀਂ ਉੱਥੋਂ ਨਿਕਲੇ ਆਏ। ਇੱਕ ਅੱਧੀ ਜਗ੍ਹਾ ਅਸੀਂ ਬਸ ਉਹ ਆਪਣੇ ਵੋਟਰ ਕਾਰਡ 'ਚ ਦਿਖਾਏ ਨੇ, ਨਾ ਉਹਨਾਂ ਨੇ ਲਿਖ ਲਏ। ਤੇ ਮਸਾਂ ਹੀ ਜੋ ਟੈਸਟ ਜਾਂ ਨਾ ਹੁੰਦਾ, ਮਸਾਂ ਹੀ 5 ਮਿੰਟ ਦਾ ਕੰਮ ਸੀ। ਤਾਂ ਕਰਕੇ ਇੰਨਾ ਕੋਈ ਬਾਹਲਾ ਉਹ ਨਹੀਂ ਹੈਗਾ। ਹੁਣ ਕਰੋਨਾ ਕਰਕੇ ਸਖਤਾਈ ਜ਼ਰੂਰ ਹੋਈ ਹੈ। ਰੱਜੇ ਜਿਹੇ ਲੋਕ ਨੇ, ਰੱਜੇ ਜਿਹੇ ਜਿਵੇਂ ਕਹਿੰਦੇ ਹੁੰਦੇ ਨੇ ਨਾ, ਕੋਈ ਜਿਵੇਂ ਬਿਲਕੁਲ ਸਲੀਕੇ ਨਾਲ ਘਰ ਬਣਾਏ ਹੋਏ ਨੇ, ਕੋਈ ਸਾਫ ਸੁਥਰੇ ਨੇ, ਕੋਈ ਬਾਹਲਾ ਗਾਹ ਜਿਹਾ ਨਹੀਂ ਹੈਗਾ ਆਪਣੇ ਵਾਲਿਆਂ ਵਾਂਗ। ਤੇ ਜਿੰਨੇ ਕੁ ਵੀ ਹੁਣ ਸਾਨੂੰ ਮਿਲੇ ਨੇ ਸਾਰਿਆਂ ਨੇ ਵੈਲਕਮ ਕਿਹਾ ਹੈ। ਰਾਹ 'ਚ ਆਉਂਦੇ ਜਾਂਦੇ ਨੇ ਵੀ ਜਿੱਥੇ ਵੀ ਖੜੇ ਆਏ, ਸਰਦਾਰ ਜੀ ਆਪ ਹਮਾਰੀ ਕੰਟਰੀ में आपका स्वागत है। ਸਾਰਿਆਂ ਨੇ ਇਹ ਗੱਲ ਕਹੀ ਹੈ। ਤੇ ਮਤਲਬ ਕਿ ਸਰਦਾਰਾਂ ਦੀ ਬਹੁਤ ਰਿਸਪੈਕਟ ਹੈ ਇੱਥੇ, ਪੱਗ ਦੀ ਖਾਸ ਕਰਕੇ। ਪੱਗ ਜਿਹਨੇ ਮਰਜ਼ੀ ਬੰਨੀ ਹੋਵੇ, ਪੱਗ ਦੀ ਰਿਸਪੈਕਟ ਹੈ।
ਖਾਣ ਪੀਣ ਬਹੁਤ ਸਸਤਾ ਹੈ ਇੱਥੇ, ਜਿੱਥੇ ਅਸੀਂ ਰੁਕੇ ਸੀ ਉਰੇ ਪਿੱਛੇ ਮਹਿੰਦਰ ਨਗਰ, ਤੇ ਉੱਥੇ ਵੱਡੀ ਥਾਲੀ 2 ਸਬਜ਼ੀਆਂ ਰਾਇਤਾ ਤੇ ਨਾਲ ਇੱਕੋ ਚਟਣੀ ਜੀ ਦੀ, ਪਤਾ ਨਹੀਂ ਕਾਹਦੀ ਦੀ, ਪਰ ਬੜੀ ਸਵਾਦ ਸੀ ਉਹ। ਯਾਨੀ ਆਪਣੇ ਵਾਲੇ ਨਾਲੋਂ ਅੱਧ ਤੋਂ ਅੱਧ ਉਨਾ ਕੁ ਸਸਤਾ ਹੈ। ਜੇ ਆਪਣੇ ਵਾਲਾ ਸਮਝ ਲਓ ਤੁਸੀਂ 500 'ਚ ਖਾਂਦੇ ਹੋ, ਇੱਥੇ ਤੁਸੀਂ 100 'ਚ ਫੁੱਲ ਹੋ ਜਾਏਗੇ ਹੋ। ਰੋਟੀ ਸਸਤੀ ਆ, ਖਾਣ ਪੀਣ ਵੀ ਵਧੀਆ, ਬਿਲਕੁਲ ਲੂਣ ਮਿਰਚ ਨਹੀਂ ਹੈਗਾ, ਤੇ ਸੂਪ ਸਾਪ ਹੋਏ ਜਾਨੀ ਜੰਕ ਫੂਡ ਹੈਗਾ ਉਰੇ, ਪਰ ਅਸੀਂ ਨਹੀਂ ਖਾਧਾ ਉਹ, ਅਸੀਂ ਸਿੰਪਲ ਰੋਟੀ ਖਾਧੀ ਹੈ। ਤੇ ਹੁਣ ਰਹਿ ਗਈ ਸਿਮ ਦੀ ਗੱਲ। ਜਿਹੜਾ ਫੋਨ ਹੈ ਜਿੱਥੋਂ ਮੈਂ ਰਿਕਾਰਡਿੰਗ ਕਰ ਰਿਹਾ, ਇਹ ਵੀਰ ਜੀ ਦਾ ਫੋਨ ਹੈ, ਇਹਦੇ 'ਚ ਸਿੰਗਲ ਸਿਮ ਪੈਂਦਾ ਹੈ। ਜੇ ਅਸੀਂ ਉਹ ਸਿਮ ਨੂੰ ਕੱਢ ਦਿੰਦੇ, ਫਿਰ ਉਹ WhatsApp ਨੇ ਜਿਹੜੇ ਕੰਟੈਕਟ ਨੇ ਉਹ ਸਾਨੂੰ ਆਏ ਸੀ ਵੀ ਕਿਤੇ ਇੱਧਰ ਉੱਧਰ ਨਾ ਹੋ ਜਾਣ ਉਹ, ਤਾਂ ਕਰਕੇ ਅਸੀਂ ਉਹ ਰਿਸਕ ਨਹੀਂ ਲਿਆ ਹੈਗਾ। ਇੱਕ ਸਾਡੇ ਕੋਲ ਜੀਓ ਦਾ ਡੋਂਗਲ ਸੀ, ਉਹਦੇ 'ਚ ਸਿਮ ਚੱਲਿਆ ਨਹੀਂ ਕਿਉਂਕਿ ਉਹ ਜੀਓ ਦਾ ਸੀ, ਲੌਕ ਹੋਇਆ ਸੀ ਨੈਟਵਰਕ। ਜੇ ਨੈਟਵਰਕ ਫ੍ਰੀ ਹੁੰਦਾ ਉਹ ਤਾਂ ਉਹ 'ਚ ਚੱਲ ਪੈਂਦਾ। ਤੇ ਜਿਹੜੀ ਕੰਪਨੀ ਅਸੀਂ ਸਿਮ ਲੈਣੀ ਉਹਦੀ ਡੋਂਗਲ ਨਹੀਂ ਆਉਂਦੀ ਹੈਗੀ, ਨੈਟਵਰਕ ਦਾ ਥੋੜਾ ਜਿਹਾ ਇਸ਼ੂ ਆ। ਹੁਣ ਅੱਗੇ ਅਤਰੀਆ ਜਾ ਕੇ ਹੁਣ ਦੇਖਾਂਗੇ ਵੀ ਕਿਵੇਂ ਇਹ 'ਚ ਨੈਟ ਚੱਲੂਗਾ। ਜੇ ਤਾਂ ਇੱਕ ਨੇ ਚੱਲ ਗਿਆ ਤਾਂ ਇੱਕ ਨੇ ਚਲਾ ਦਾਂਗੇ, ਨਹੀਂ ਕੋਈ ਹੋਰ ਕੋਈ ਡੋਂਗਲ ਦਾ ਕੋਈ ਹੋਰ ਜਗਾੜ ਲਾ ਕੇ ਚਲਾਵਾਂਗੇ। ਆਈਫੋਨ 'ਚ ਤਾਂ ਨਹੀਂ ਚਲਾ ਰਹੇ, ਜਿਹੜਾ ਮੇਰੇ ਵਾਲਾ ਆਈਫੋਨ ਆ 6 ਹੈ, 6C ਆ ਜਿਹੜਾ, ਉਹ ਵੈਸੀ ਬੈਟਰੀ ਨੂੰ ਕਹਿੰਦਾ ਵੀ ਆ ਇੱਧਰ ਨੂੰ। ਜੇ ਹੁਣ ਉਹਦੇ 'ਚ ਪਾਤਾ ਫਿਰ ਹੌਟਸਪੌਟ ਚੱਲੀ ਜਾਣੀ ਹੈ, ਉਹ ਜਾਣੀ ਪੱਕਾ ਹੀ ਸਾਨੂੰ ਉਹ ਪਾਵਰ ਬੈਂਕ 'ਤੇ ਕਰਨਾ ਪਊਗਾ। ਫਿਰ ਮੈਂ ਉਹਦੇ ਨਾਲ ਰਿਕਾਰਡਿੰਗ ਵੀ ਕਰਨੀ ਹੁੰਦੀ ਹੈ, ਤਾਂ ਕਰਕੇ ਉੱਧਰ ਅਸੀਂ ਰਿਸਕ ਨਹੀਂ, ਉੱਧਰ ਨਹੀਂ ਜਾ ਰਹੇ, ਉਹਦੇ 'ਚ ਨਹੀਂ ਪਾ ਰਹੇ। ਮੇਰੇ ਵਾਲੇ 'ਚ 2 ਸਿਮ ਸੀ, ਉਹਦੇ 'ਚ ਇੱਕ ਪੈ ਗਿਆ। ਫਿਲਹਾਲ ਤੁਸੀਂ ਆਹ ਨਜ਼ਾਰਾ ਦੇਖੋ ਇੱਧਰ, ਕਿਤੇ ਤੁਹਾਨੂੰ ਦੀਂਦਾ ਕਿਤੇ ਵੀ ਕੋਈ ਇੱਧਰ ਉੱਧਰ ਹੋਈ ਚੀਜ਼, ਬਿਲਕੁਲ ਜਿਵੇਂ ਪੋਰਟਰੇਟ ਕੀਤਾ ਹੁੰਦਾ ਇੱਦਾਂ ਦਾ ਹੈ ਦੋਨੋਂ ਪਾਸੇ। ਨੇਪਾਲ ਤੋਂ ਅਸੀਂ ਆ ਗਏ ਹਾਂ ਕੋਈ 30-35 ਕਿਲੋਮੀਟਰ ਅੰਦਰ ਆ ਗਏ ਹਾਂ, ਤੇ ਇੰਨਾ ਕੁ ਹੋਰ ਰਹਿੰਦਾ ਹੈ ਸਾਡਾ ਸਫ਼ਰ। ਫਿਰ ਅੱਜ ਰੈਸਟ ਕਰਾਂਗੇ। ਅੱਗੇ ਦਾ ਪਲਾਨ ਸਾਨੂੰ ਵਿਕਰਮ ਦੱਸੂਗਾ। ਵਿਕਰਮ ਦਾ ਕਾਫੀ ਨੈਟਵਰਕ ਆ, ਸਾਈਕਲਿੰਗ ਕਰਦਾ ਰਹਿੰਦਾ ਉਹ, ਤੇ ਰਸਤੇ 'ਚ ਇੱਕ ਜੰਗਲ ਪੈਂਦਾ, ਉਹ ਸਾਨੂੰ ਦੱਸੂਗਾ ਵੀ ਆਹ ਰਸਤੇ 'ਚ ਚਲੇ ਜਾਓ, ਇੱਧਰ ਨੂੰ ਚਲੇ ਜਾਓ, ਅਗਲਾ ਰੂਟ ਸਾਨੂੰ ਉਹ ਦੱਸੂਗਾ। ਸ਼ਾਇਦ ਉਹਦੇ ਕੋਲ ਅਸੀਂ ਕੱਲ੍ਹ ਤੱਕ ਰਹੀਏ ਵੀ, ਇਹ ਵੀ ਨਹੀਂ ਪਤਾ ਹੈਗਾ। ਜੇ ਸਾਨੂੰ ਕੁਝ ਸਿਮ ਦਾ ਕੁਝ ਹੀਲਾ ਕਰਨਾ ਪਿਆ ਤਾਂ ਅਸੀਂ ਰੁਕਾਂਗੇ ਉਹਦੇ ਕੋਲ, ਇਹ ਕਰਾ ਕੇ ਹੀ ਫਿਰ ਅੱਗੇ ਨਿਕਲਾਂਗੇ, ਕਿਉਂਕਿ 2 GB 'ਚ ਸਾਡਾ ਸਰਨਾ ਨਹੀਂ ਹੈਗਾ, ਇੱਕ ਫੋਨ ਨੇ ਕਰਨਾ ਨਹੀਂ ਹੈਗਾ। ਨਹੀਂ ਸਾਨੂੰ ਸਿਮ ਜੇ ਇੱਧਰ ਉੱਧਰ ਕਰਨੇ ਪੈਣੇ ਨੇ, ਜਾਨੀ ਕੋਈ ਜੁਗਾੜ ਲਾਵਾਂਗੇ ਉੱਥੇ ਜਾ ਕੇ। ਤਾਂ ਕਰਕੇ ਜਿਹਨੇ ਵੀ ਨੇਪਾਲ ਆਉਣਾ ਉਹ ਡਿਊਲ ਸਿਮ ਲੈ ਕੇ ਆਵੇ, ਡਿਊਲ ਸਿਮ ਵਾਲਾ ਫੋਨ, ਜਾਂ ਇੱਕ ਫੋਨ ਲੈ ਕੇ ਆਵੇ ਸਪੈਸ਼ਲ ਇਹਦੇ ਵਾਸਤੇ ਹੀ, ਨੈਟਵਰਕ ਵਾਸਤੇ। ਤੇ ਅੱਗੇ ਮਿਲਦੇ ਹਾਂ, ਹੁਣ ਕਿਤੇ ਰੁਕਾਂਗੇ ਫਿਰ ਤੁਹਾਨੂੰ ਦੱਸਦੇ ਹਾਂ। ਲਾਈਟ ਦਿਨ ਦੀ ਲਾਈਟ ਵੀ ਘਟਣ ਲੱਗ ਗਈ ਹੁਣ। ਇਹ ਪਹੁੰਚ ਗਿਆ ਹੁਣ ਬੰਦ ਨਦੀ। ਇਹਦਾ ਨਾਮ ਬੰਦ ਨਦੀ ਆ, ਵੈਸੇ ਉਹ ਬੰਦ ਨਹੀਂ ਹੈਗੀ, ਉੱਦਾਂ ਚੱਲ ਰਹੀ ਹੈ। ਨਦੀ ਦਾ ਨਾਮ ਹੀ ਇਹੋ ਜਿਹਾ, ਬੰਦ ਨਦੀ। ਤੇ ਸਾਨੂੰ ਦੇਖੀ ਜਾ ਰਹੇ ਨੇ, ਕਹਿ ਕੁਛ ਨਹੀਂ ਰਹੇ, ਬਸ ਦੇਖੀ ਜਾ ਰਹੇ ਨੇ ਹੈ ਕੀ ਚੀਜ਼ ਹੈ। ਉਹ ਦੇਖੋ, ਉਹ ਵੀ ਖੜਾ ਦੇਖੀ ਜਾਂਦਾ, ਆ ਵੀ ਗੱਡੀਆਂ ਤੋਂ ਦੇਖਦੇ ਨੇ ਨਿਕਲ ਕੇ। ਕਹਿੰਦਾ ਸਾਡਾ ਹੱਕ, ਕਹਿੰਦਾ ਇੱਥੇ ਰੱਖ। ਇਹਨਾਂ ਨੂੰ ਪਤਾ ਪੰਜਾਬੀਆਂ ਬਾਰੇ, ਚਲੋ ਹੁਣ ਦੇਖਦੇ ਰਹਿੰਦੇ ਨੇ, ਹੋਰ ਗਾਣੇ ਵਗੈਰਾ ਸੁਣਦੇ ਰਹਿੰਦੇ ਨੇ, ਤਾਂ ਉਹ ਕੁਛ ਨਾ ਕੁਛ ਪੰਜਾਬੀ 'ਚ ਬੋਲ ਜਾਂਦੇ ਨੇ, ਤੇ ਵਧੀਆ ਲੱਗਦਾ। ਮਤਲਬ ਹੈ ਤਾਂ ਨੇਪਾਲ ਰਹਿ ਗਿਆ 24, ਸਾਡੀ ਡੈਸਟੀਨੇਸ਼ਨ ਰਹਿ ਗਈ 24 ਕਿਲੋਮੀਟਰ, ਉੱਥੇ ਰੁਕਾਂਗੇ। ਅੱਛਾ, ਪੰਜਾਬ ਤੋਂ ਕਰਾਟੇ ਸਿਖਾਉਣ ਲੱਗਿਆ ਇਹਨਾਂ ਨੂੰ, ਜੂਡੋ ਸਕੂਲਾਂ ਦੇ ਵਿੱਚ, ਜਿਵੇਂ ਆਪਣੇ ਗੱਤਕਾ ਸਿਖਾਉਂਦੇ ਉਵੇਂ ਇਹ ਸਿਖਾਉਂਦੇ ਨੇ। ਸਹੀ ਗੱਲ ਆ। ਤੇ ਮਤਲਬ ਕਿ ਜਦੋਂ ਅਸੀਂ ਨੇਪਾਲ 'ਚ ਵੜੇ ਹਾਂ, ਇੱਕ ਵਾਰ ਵੀ ਕਿਸੇ ਨੇ ਨਹੀਂ ਪੁੱਛਿਆ ਕਿੰਨੇ ਦੀ ਆ ਇਹ। ਵਾਰ-ਵਾਰ ਸਾਨੂੰ ਯਾਦ ਕਰਾਉਣਾ ਪੈ ਰਿਹਾ ਕਿ ਬਾਰਡਰ ਤੋਂ ਪਰੇ ਹੀ ਪੁੱਛਦੇ ਰੇਟ ਰੂਟ, ਇੱਧਰ ਰੇਟ ਨਹੀਂ ਪੁੱਛਦੇ। ਉਹ ਇੱਧਰ ਕਹਿੰਦੇ ਗੋਰੇ ਆਉਂਦੇ ਰਹਿੰਦੇ ਨੇ, ਸਾਰਿਆਂ ਨੂੰ ਪਤਾ ਰੇਟਾਂ ਰੂਟਾਂ ਦਾ। ਹੋਰ ਗੱਲਾਂ ਦੀਆਂ ਗੱਲਾਂ, ਕੱਪੜਾ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ, ਕੱਪੜੇ ਦੀਆਂ ਦੁਕਾਨਾਂ ਲੱਦੀਆਂ ਪਈਆਂ ਨੇ। ਹਾਂ, ਪਤਾ ਨਹੀਂ ਇਹਨਾਂ ਕੱਪੜਾ ਕੀ ਕਰਨਾ ਇਹਨਾਂ ਦਾ। ਇਹਨਾਂ ਨੂੰ ਵੀ ਠੰਡ ਲੱਗਦੀ ਆ।
ਲੀੜਾ ਹੀ ਲੀੜਾ, ਲੀੜਾ ਹੀ ਲੀੜਾ। ਹਾਂ ਆ ਵਾਲੀਬਾਲ ਖੇਡ ਰਹੇ ਨੇ ਇੱਧਰ। ਵਾਲੀਬਾਲ ਮਤਲਬ ਕਿਸੇ ਦਾ ਢਿੱਡ ਨਹੀਂ ਦਿਖੋਗੇ ਇੱਥੇ ਸੀ, ਕਿਸੇ ਦਾ ਨਹੀਂ ਹੈਗਾ ਵੀ ਆ ਢੋਂਦ ਨਿਕਲੀ ਹੋ ਬਾਹਰ। ਜਮੀ ਆ ਸਲਿਮ ਟ੍ਰਿਮ ਫਿੱਟ ਨੇ ਸਾਰੇ। ਕਿਸੇ ਦਾ 1 ਇੰਚ ਵੀ ਗੋਗੜ ਬਾਹਰ ਨਹੀਂ। ਹਾਂ ਕਿਸੇ ਦੀ ਨਹੀਂ ਹੈਗੀ। ਸਾਈਕਲ ਦਾ ਲੱਗਾ। ਹਾਂ ਔਰ ਲੇਡੀਜ਼ ਬਹੁਤ ਸਾਈਕਲ ਚਲਾਉਂਦੀਆਂ ਨੇ ਇੱਥੇ। ਬੰਦੇ ਚਲਾਉਂਦੇ ਨੇ, ਲੇਡੀਜ਼ ਵੀ ਚਲਾਉਂਦੀਆਂ ਨੇ। ਔਰ ਸਾਈਕਲ ਵੀ ਜਿਹੜੇ ਨੇ ਉਹ ਲੇਡੀ ਨੇ ਜ਼ਿਆਦਾਤਰ, ਲੇਡੀ ਸਾਈਕਲ ਉਹ ਨੇ। ਬਾਕੀ ਗਾਵਾਂ ਮੱਝਾਂ ਸੇਮ ਹੀ ਇਹਨੇ, ਕੋਈ ਫਰਕ ਨਹੀਂ ਹੈਗਾ ਬਹੁਤਾ। ਤੇ ਇੱਕ ਗੱਲ ਹੋਰ, ਅਸੀਂ ਮਤਲਬ ਕਿ ਇੱਕ ਨਾਮ ਜਿਹੜਾ ਹੈਗਾ ਉਹ ਘੱਟੋ ਘੱਟ 150-200 ਵਾਰੀ ਲੈ ਲਿਆ ਹੋਣਾ ਹੈਗਾ, ਵਿਕਰਮ ਦਾ ਨਾਮ। ਵਿਕਰਮ ਕੋਲ ਜਾਵਾਂਗੇ, ਵਿਕਰਮ ਕੋਲ ਰਾਤ ਰਹੂਗੀ, ਵਿਕਰਮ ਨੂੰ ਫੋਨ ਕਰ ਲਓ, ਵਿਕਰਮ ਦੀ ਲੋਕੇਸ਼ਨ ਲਾ ਲਓ, ਉਹ ਵਿਕਰਮ ਨੂੰ ਪੁੱਛ ਲਓ ਕਿੱਥੇ ਪਹੁੰਚ ਗਿਆ। ਵਿਕਰਮ ਵਿਕਰਮ ਤੇ ਵਿਕਰਮ। ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਵਿਕਰਮ ਜੀ ਕੌਣ ਨੇ, ਕੀ ਸ਼ੈ ਨੇ ਇਹ, ਤਾਂ ਇਹਨੂੰ ਅੱਜ ਅਸੀਂ ਵੀ ਮਿਲਣਾ ਬਾਈ ਫੇਸ। ਅਟਰੀਆ ਰਹਿ ਗਿਆ ਇੱਥੋਂ ਸਿਰਫ 10 ਕਿਲੋਮੀਟਰ ਦੂਰ। ਅਸੀਂ ਉਹੀ ਰੂਟੀਨ ਦੇ ਵਜੋਂ 5 ਮਿੰਟ ਦੀ ਬ੍ਰੇਕ ਲੈ ਰਹੇ ਹਾਂ। ਹਰ ਅਸੀਂ 10 ਕਿਲੋਮੀਟਰ ਬਾਅਦ 5 ਮਿੰਟ ਦੀ ਬ੍ਰੇਕ ਜ਼ਰੂਰ ਲੈਂਦੇ ਹਾਂ। ਤੇ ਲੋਕ ਹੈਰਾਨ ਹੁੰਦੇ ਨੇ, ਪੁੱਛਦੇ ਨੇ। ਹੁਣ ਵੀ 2 ਸਾਈਕਲ ਵਾਲੇ ਖੜੇ ਆ ਤੇ ਪੁੱਛਣ ਦੇ ਇੰਤਜ਼ਾਰ 'ਚ ਨੇ ਵੀ ਕੀ ਹੈਗਾ ਕੀ ਨਹੀਂ ਹੈਗਾ ਇਹ। ਤਾਂ ਅਸੀਂ ਵੀ ਸਾਰਿਆਂ ਨੂੰ ਦੱਸਦੇ ਹਾਂ। ਉਹ ਆਉਂਦਾ ਪਿੱਛੇ, ਉਹ ਤੋਤਾ ਉੜਦਾ ਹੀ ਆਉਂਦਾ ਹੈ ਤੋਤਾ। ਇਹ ਆ ਗਿਆ ਹਾਂ। ਇੱਦਾਂ ਹੌਲੀ ਹੌਲੀ ਇਕੱਠ ਹੋਣਾ ਸ਼ੁਰੂ ਹੋ ਜਾਂਦਾ। ਸਾਰਿਆਂ ਦੇ ਦਿਮਾਗ 'ਚ ਘੁੰਮਣ ਲੱਗ ਜਾਂਦਾ ਕੀ ਹੈ क्या ये क्या चीज़ है ये, ऐसा कुछ बोलते हैं। हम फिर उनको बताते हैं कि जीते जी रक्तदान करो और मरने के बाद आंखें दान करो। हम ये संदेश देते हुए जा रहे हैं सबको, तो वो समझ जाते हैं फिर इस बात को। अब वो समझ गए हैं, अब वो जाएंगे अच्छे बच्चों की तरह। ना मैं तो चलिया आटो दे विच, ठीक है, तो मैं चलिया ਇਹਦੇ ਤੇ। ਇਹ ਕਹਿੰਦਾ ਬਸ ਠੀਕ ਆ, ਬਹੁਤ ਹੋ ਗਈ ਰਾਈਡਿੰਗ ਰੂਡਿੰਗ, ਜਿੰਨੀ ਹੋਣੀ ਸੀ ਹੋ ਗਈ, ਹੁਣ ਤੂੰ ਆਪਣੇ ਘਰ ਜਾ, ਮੈਂ ਆਪਣੇ ਘਰ ਜਾਣਾ, ਠੀਕ ਹੈ। ਤੇ ਚੰਗਾ ਵੀ ਜਿੰਦਾ ਫਿਰ ਇੱਥੇ ਤੱਕ ਹੀ ਸਫ਼ਰ ਸੀ ਆਪਣਾ, ਤੇ ਮਿਲਦੇ ਰਵਾਂਗੇ ਆਪਾਂ, ਠੀਕ ਹੈ ਅੱਗੇ। ਚਲੋ ਠੀਕ ਹੈ, ਜਿੰਨਾ ਸਫ਼ਰ ਹੋਇਆ ਵਧੀਆ ਹੋਇਆ ਸਾਡਾ। ਚਲੋ ਬਈ ਚਲੋ ਜਾਓ ਅੱਗੇ ਨਿਕਲੋ। सब लोग देखेंगे, अच्छा लगेगा। चलो चलो, हमारा ये मैसेज सब जगह पहुँचाओ कि जीते जी रक्तदान करो, मरने के बाद आंखें दान करो, ये ਜ਼ਰੂਰੀ ਹੈ। ਅਤਰੀਆ ਇਹਨੂੰ ਆਪਾਂ ਵਿਕਰਮ ਨਗਰ ਵੀ ਕਹਿ ਸਕਦੇ ਹਾਂ, ਕਿਉਂਕਿ ਅਤਰੀਆ ਵਿਕਰਮ ਦੇ ਕੋਲ ਹੀ ਆ। ਨਹੀਂ ਵਿਕਰਮ ਜੀ ਜਿਹਦੇ ਆਪਾਂ ਸਾਰੇ ਜਪ ਰਹੇ ਆ, ਉਹਨਾਂ ਦਾ ਨਾਮ ਕਦੋਂ ਦੇ ਫਾਈਨਲੀ ਸਾਨੂੰ ਵਿਕਰਮ ਜੀ ਮਿਲ ਗਏ ਨੇ। विक्रम जी मजा आ गया। हमारे कैलाली जिला में पहुंचे हो अतरिया। हाँ, गोदावरी नगर पालिका है अतरिया, इसका सिटी का नाम है। वेरी गुड। तो यहाँ से 9 किलोमीटर, हम जहाँ ठहरने वाले मेरा घर 9 किलोमीटर की दूरी में है। चलते हैं चलिए फिर, चलिए चाय पानी करते हैं, फिर आगे बढ़ेंगे। ਚਲੋ ਸਰ, ਅਸੀਂ ਅਟਰੀਆ ਪਹੁੰਚ ਗਏ ਤੇ ਵਿਕਰਮ ਜੀ ਕਹਿੰਦੇ ਚਾਹ ਪੀਨੇ ਆਪਾਂ, ਥੋੜਾ ਜਿਹਾ ਰੈਸਟ ਕਰਕੇ ਫਿਰ ਅੱਗੇ ਨਿਕਲਾਂਗੇ, ਕਿਉਂਕਿ ਅੱਗੇ ਜ਼ਿਆਦਾ ਰੂਟ ਨਹੀਂ ਹੈਗਾ, ਸਿਰਫ 9 ਕਿਲੋਮੀਟਰ ਦਾ ਰੂਟ ਆ। ਤੇ ਇਹ ਜਿਹੜੇ ਇਹਨੇ ਵਿਕਰਮ ਜੀ ਜਿਹੜੇ ਇੱਧਰਲੇ ਆ ਹੈਗੇ ਨੇ, ਉਹਨਾਂ ਨਾਲ ਜਿਹੜੇ ਨੇ ਉਹ ਵਿਕਰਮ ਜੀ ਕਹਿੰਦੇ ਆਉਣ ਵਾਲੇ ਮੇਅਰ ਨੇ। ਚਲੋ ਹੋਮਫੁਲੀ ਇਹ ਜਿੱਤਣ। ਬਾਕੀ ਇਹਨਾਂ ਦੇ ਫਰੈਂਡ ਨੇ ਸਾਰੇ। ਇਹ ਮਾਰਕੀਟ ਇੱਧਰ ਵਿਕਰਮ ਜੀ ਵਾਕਈ ਬਹੁਤ ਸਪੋਰਟ ਕਰ ਰਹੇ ਆ, ਮਤਲਬ ਕਿ ਪੂਰਾ ਜੋਸ਼ ਦਿਲੀ ਗਰਮ ਦਿਲੀ ਨਾਲ ਆ ਕੇ ਸਾਨੂੰ ਮਿਲੇ। ਤੇ ਵੈਸੇ ਵੀ ਨੇਪਾਲੀ ਜਿੰਨੇ ਹੈਗੇ ਨੇ ਇੱਥੇ ਨੇਪਾਲ ਦੇ ਵਿੱਚ, ਬਹੁਤ ਮਤਲਬ ਕਿ ਹਸਮੁਖ ਔਰ ਹੱਸ ਕੇ ਮਿਲਣ ਵਾਲੇ ਨੇ। ਕੋਈ ਸਾਨੂੰ ਇੱਥੇ ਕੋਈ ਐਂ ਨਹੀਂ ਲੱਗਿਆ ਹੈਗਾ। ਮਤਲਬ ਇਹ ਚੀਜ਼ ਬਹੁਤ ਸਾਨੂੰ ਫੀਲ ਕੀਤੀ ਯਾਰ, ਬਹੁਤ ਵਧੀਆ ਗੱਲ ਹੈ ਵੀ ਕਿਵੇਂ ਹੱਸ ਕੇ ਮਿਲਦੇ ਨੇ, ਹੈਲੋ ਹਾਈ ਕਰਦੇ ਨੇ। ਚਲੋ ਕੱਲ ਤੁਹਾਡੇ ਪਗੜੀ ਬੰਨਾਂਗੇ, ਕੱਲ ਰਾਈਡ ਪਰ ਚलेंगे पगड़ी बांध के। ਇਹ ਵਿਕਰਮ ਜੀ ਕਹਿੰਦੇ ਮੈਂ ਕੱਲ ਨੂੰ ਪੱਗ ਬੰਨਣੀ ਆ, ਤੁਹਾਡੇ ਨਾਲ ਪੱਗ ਬੰਨ ਕੇ ਜਾਊਂਗਾ। बल्ले बल्ले। ਠੀਕ ਆ ਕੱਲ ਪਾਵਾਂਗੇ ਪੜਾਕੇ। ਚਲੋ ਠੀਕ ਆ, ਦੇਖੋ ਆਪਣਾ ਆਪਣਾ ਇੰਪ੍ਰੈਸ਼ਨ ਹੁੰਦਾ, ਆਪਣਾ ਖੁਸ਼ੀ ਹੁੰਦੀ ਆ। ਤੇ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਸੀ ਆਏ ਇੱਥੇ, ਮਤਲਬ ਪੰਜਾਬ ਤੋਂ ਆ ਕੇ ਇਹਨਾਂ ਨੂੰ ਬਹੁਤ ਚੰਗਾ ਲੱਗਦਾ। ਵੈਸੇ ਤਾਂ ਸਾਰੇ ਚੰਗੇ ਲੱਗਦੇ ਨੇ, ਪੰਜਾਬ ਤੋਂ ਕੋਈ ਖਾਸ ਅਟੈਚਮੈਂਟ ਹੈ ਇਹਨਾਂ ਦੀ।
ਇਹ ਆ ਸਾਡੇ ਵਿਕਰਮ ਜੀ ਦੇ ਘਰ ਦਾ ਖਾਣਾ। ਇਹਨੂੰ ਸਾਗ ਕਹਿੰਦੇ ਨੇ। ਦੇਖੋ ਇੱਥੇ ਇਦਾਂ ਦਾ ਸਾਗ ਆਪਣੇ ਵਿੱਚ ਗਿੱਲਾ ਹੁੰਦਾ ਨਾ, ਇਹ ਖੁਸ਼ਕ ਥੋੜਾ ਜਿਹਾ ਸਾਗ ਆ, ਪਰ ਹੈ ਸਾਗ ਇਹ ਆਰਗੈਨਿਕ। ਇਹ ਹੈਗੇ ਨੇ ਆਈ ਥਿੰਕ ਰਾਜਮਾ ਨੇ ਨਾ। ਹਾਂ ਰਾਜਮਾ। ਤੇ ਰੋਟੀਆਂ ਦੇਖੋ ਐ ਪੂਰੀਆਂ ਸਟਾਈਲ ਨਾਲ ਚਿਣ ਕੇ ਲੈ ਕੇ ਆਉਂਦੀਆਂ ਇਹਨਾਂ ਨੇ। ਆਹ ਪੂਰੀ ਥਾਲੀ ਆ। ਇਹ ਨੇ ਵਿਕਰਮ ਜੀ ਹੈਨਾ। ਤੇ आप भी आइएगा। ਹਾਂ ਬਿਲਕੁਲ। ਤੇ ਇਹ ਹੋਮ ਸਟੇ ਵੀ ਪ੍ਰੋਵਾਈਡ ਕਰਦੇ ਨੇ। ਪਤਾ ਨਹੀਂ ਇੰਨਾ ਲਗਾਵ ਇਹਨਾਂ ਨੂੰ ਕਿਵੇਂ ਹੋ ਗਿਆ, ਕਿੱਥੋਂ ਹੋ ਗਿਆ, ਪਰ ਹੈਗਾ ਬਹੁਤ ਆ। 7 साल से मैं ਬਹੁਤ host कर ਲਗਾਵ रहा ਆ। हूँ। ਹਾਂ ਤੇ ਕੋਈ ਵੀ ਇਹਨਾਂ ਦੇ ਘਰੇ ਮਹਿਮਾਨ ਆਉਂਦਾ ਹੈਗਾ ਤੇ ਇੱਕ ਤਾਂ ਦੱਸਿਆ ਇਹਨਾਂ ਨੇ ਕਿ 7 ਮਹੀਨੇ ਤੱਕ ਰਿਹਾ ਬਾਹਰੋਂ ਖਾਇਆ ਸੀ। नेपाल आ रहे हो, आपको कोई भी प्रॉब्लम हो, आपको कोई भी हो, मुझसे कनेक्ट करिएगा। नेपाल के हर जगह पे मैं आपको कहीं ना कहीं आपको सपोर्ट कर सकता हूँ। इतना मौका दीजिएगा। ਹਾਂ ਇਹਨਾਂ ਦੇ ਹੁੰਦੇ ਹੋਏ ਨੇਪਾਲ ਦੇ ਵਿੱਚ ਤਾਂ ਨਹੀਂ ਦਿੱਕਤ ਆ ਸਕਦੀ, ਤਾਂ ਕਲੀਅਰ ਹੀ ਆ। ਸਤਿ ਸ਼੍ਰੀ ਅਕਾਲ ਜੀ। ਸਵੇਰੇ ਸਵੇਰੇ ਜੋ ਉੱਠਦੇ ਆ ਤਾਂ ਆਵਾਜ਼ ਮਤਲਬ ਐ ਢੋਲ ਵਾਂਗੂ ਖੜਕਦੀ ਆ। ਮਤਲਬ ਨੈਚੁਰਲ ਆਵਾਜ਼ ਨਹੀਂ ਲੱਗਦੀ, ਪੂਰਾ ਕਰਰ ਦੀ ਆਵਾਜ਼ ਆਉਂਦੀ ਆ। ਲਾਈਟ ਕਿੱਥੇ ਆ? ਆ ਸੀ ਲਾਈਟ। ਲਾ ਬੇਟਾ ਲੋ ਲਾਈਟ ਜਗ ਪਈ। ਤੇ ਇੱਥੇ ਅਸੀਂ ਰਾਤ ਸੁੱਤੇ ਸੀਗੇ। ਇੱਥੇ ਜਤਿੰਦਰ ਜੀ ਰੁੱਤੇ ਸੀ। ਆ ਸਾਡਾ ਸਮਾਨ। ਤੇ ਨੀਂਦ ਬਹੁਤ ਵਧੀਆ ਆਈ, ਬਿਲਕੁਲ ਠੀਕ ਸੀ, ਕੰਫਰਟੇਬਲ ਸੀ। 7:30 8 ਵਜੇ ਉੱਠੇ ਆ। ਉੱਠ ਕੇ ਬਸ ਹੁਣ ਆ ਬਾਹਰਲਾ ਨਜ਼ਾਰਾ। ਇਹ ਹੈਗੀ ਆ ਤੁਲਸੀ, ਜਿਹਨੂੰ ਇਹ ਬਹੁਤ ਪਵਿੱਤਰ ਮੰਨਦੇ ਨੇ। ਮੰਨਣਾ ਵੀ ਚਾਹੀਦਾ ਕਿਉਂਕਿ ਉਹ 'ਚ ਗੁਣ ਬਹੁਤ ਜ਼ਿਆਦਾ ਹੁੰਦੇ ਨੇ ਤੁਲਸੀ ਦੇ। ਮਤਲਬ ਕਿ ਕਹਿਣ ਲਈ ਕਹਿੰਦੇ ਹਰ ਬਿਮਾਰੀ ਦਾ ਇਲਾਜ ਤੁਲਸੀ। ਇੱਕ ਡੌਗੀ ਆ, ਇਹ ਕਹਿੰਦੇ ਨੇ ਸਾਡੇ ਬੱਚਿਆਂ ਦਾ ਵੱਡਾ ਭਰਾ ਹੈ। ਜਦੋਂ ਪੁੱਛਿਆ ਕਿਉਂ, ਕਹਿੰਦੇ ਇਹਨੂੰ 12-13 ਸਾਲ ਹੋ ਗਏ ਸਾਡੇ ਕੋਲੇ ਤੇ ਬੱਚੇ ਸਾਡੇ ਛੋਟੇ ਨੇ, ਇੰਨਾ ਪੁਰਾਣਾ ਇਹ। ਦੇਖ ਤੇ ਵਿਕਰਮ ਜੀ ਜਿਹੜਾ ਹੈਗੇ ਨੇ ਇੱਥੇ, ਇਹ ਇੱਥੇ ਰਹਿ ਰਹੇ ਨੇ ਤਕਰੀਬਨ ਪਿਛਲੇ 50 ਸਾਲਾਂ ਤੋਂ। ਮਤਲਬ ਇਕੱਲੇ ਇਹ ਨਹੀਂ ਰਹਿ ਰਹੇ, ਇਹ ਪਿੰਡ ਜਿਹੜਾ ਹੈਗਾ ਨਾ, ਇਹ 50 ਕੁ ਸਾਲ ਹੋ ਗਏ ਇੱਥੇ ਸ਼ਿਫਟ ਹੋਏ ਸੀਗੇ। ਇਹ ਪਹਿਲਾਂ ਅੱਗੇ ਪਹਾੜ ਹੁੰਦੇ ਨੇ, ਪਹਾੜਾਂ 'ਚ ਰਹਿੰਦੇ ਸੀਗੇ। ਇੱਥੇ ਕੋਈ ਰਹਿ ਨਹੀਂ ਪਾਉਂਦਾ ਸੀਗਾ ਕਿਉਂਕਿ ਇੱਥੇ ਮਲੇਰੀਆ ਡੇਂਗੂ ਇੰਨਾ ਜ਼ਿਆਦਾ ਹੁੰਦਾ ਸੀਗਾ ਕਿ ਉਹ ਮੌਤਾਂ ਹੋ ਜਾਂਦੀਆਂ ਸੀ। ਹੌਲੀ ਹੌਲੀ ਫਿਰ ਇੱਥੇ ਆਉਂਦੇ ਗਏ ਤੇ ਉਹ ਮਲੇਰੀਆ ਆਪਣੀ ਜਗ੍ਹਾ ਤੋਂ ਜਾਂਦਾ ਰਿਹਾ। ਫਿਰ ਇੱਥੇ ਹੌਲੀ ਹੌਲੀ ਇਹ ਪਿੰਡ ਵਸਣਾ ਸ਼ੁਰੂ ਹੋ ਗਿਆ। ਤੇ ਬਹੁਤ ਪੁਰਾਣੇ ਰਹਿ ਰਹੇ ਇੱਥੇ, ਬਿਲਕੁਲ ਐਨ ਗਰਾਊਂਡ ਨਾਲ ਜੁੜੀ ਹੋਈ ਗੱਲਬਾਤ ਆ ਇੱਥੇ, ਦੇਸੀ ਗੱਲਬਾਤ ਆ ਬਿਲਕੁਲ। ਆ ਖੇਤ ਹੀ ਖੇਤ ਨੇ ਚਾਰੇ ਪਾਸੇ, ਹਰਿਆਲੀ ਬਹੁਤ ਆ ਇੱਥੇ। ਮਤਲਬ ਮੀਂਹ ਪੈਂਦਾ ਤਾਂ ਪੂਰਾ ਐਨ ਵਧੀਆ ਲੱਗਦਾ। ਹੁਣ ਬੱਦਲ ਵਾਲਾ ਮੌਸਮ ਆ। ਬੇਰ ਲੱਗਿਆ ਹੈ, ਬੇਰੀ ਨੂੰ ਛੋਟੇ ਛੋਟੇ ਬੇਰ ਲੱਗਿਆ। ਦੇਖਾ ਖਾ ਕੇ ਕੀ ਕਹਿੰਦਾ। ਬੜਾ ਗਲਾ ਖਰਾਬ ਆ, ਕਿਤੇ ਦਿੱਕਤ ਹੀ ਨਾ ਕਰੇ। ਇਸ ਰੋਡ ਤੋਂ ਆ ਕੇ ਅਸੀਂ ਸਾਈਕਲ ਉਹ ਬਿਲਕੁਲ ਸਾਹਮਣੇ ਖੜਾਤੇ ਸੀਗੇ।